ਵੇਲੇ 72 ਸਾਲ ਹੈ। ਇੱਕ ਗੋਡੇ ਦਾ ਆਪਰੇਸ਼ਨ ਕਰਾ ਕੇ 4 ਮਹੀਨਿਆਂ ਦੇ ਬਾਅਦ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਮੇਰੀ ਉਮਰ ਜਿਹੜੀ ਆ ਉਹ ਕੋਈ 52 ਸਾਲ ਹੋ ਗਈ ਹੈ, 20 ਸਾਲ ਘੱਟ ਗਈ ਹੈ। ਔਰ ਆਈ ਐਮ ਸ਼ੋਰ ਕਿ ਜੋ ਮੈਂ ਦੂਜੇ ਗੋਡੇ ਦਾ ਵੀ ਆਪਰੇਸ਼ਨ ਕਰਾਉਣਾ ਹੈ ਮਾਰਚ ਵਿੱਚ, ਔਰ ਦੂਸਰੇ ਗੋਡੇ ਦਾ ਜਦੋਂ ਆਪਰੇਸ਼ਨ ਹੋ ਗਿਆ ਔਰ ਮੇਰਾ ਗੋਡਾ ਬਿਲਕੁਲ ਜਦੋਂ ਸਿੱਧਾ ਹੋ ਗਿਆ ਸੱਜੇ ਗੋਡੇ ਵਾਂਗੂ, ਅਤੇ ਮੈਂ ਡੈਫੀਨੇਟਲੀ ਆਈ ਵਿਲ ਫੀਲ ਕਿ ਮੇਰੀ ਉਮਰ ਜਿਹੜੀ ਉਹ 42 ਸਾਲ ਹੋ ਗਈ ਹੈ। ਰੋਬੋਟਿਕ ਟੈਕਨੀਕ ਦੇ ਨਾਲ ਮੇਰੇ ਇੱਕ ਗੋਡੇ ਦੀ ਜਿਹੜੀ ਆ ਉਹ ਇੰਪਲਾਂਟ ਪਵਾਇਆ ਹੈ। ਇੱਥੋਂ ਤੱਕ ਕਿ ਮੇਰੀ ਜਿਹੜੀ ਜਮਾਂਦਰੂ ਵੀ ਇੰਨੀ ਲੱਤ ਸਿੱਧੀ ਨਹੀਂ ਸੀ, ਜਿਹੜੀ ਕਿ ਡਾਕਟਰ ਅਵਤਾਰ ਸਿੰਘ ਉਹਨਾਂ ਨੇ ਹੁਣ ਸਿੱਧੀ ਕਰ ਦਿੱਤੀ ਹੈ। ਜਿਹੜੀ ਰੋਬੋਟਿਕ ਟੈਕਨੋਲੋਜੀ ਹੈ ਨਾ, ਇਹ ਡਿਪੈਂਡ ਕਰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ, ਔਰ ਇਹਦੀ ਜਿਹੜੀ ਐਕੂਰੇਸੀ ਹੈ ਔਰ ਸਕਸੈਸ ਰੇਟ ਹੈ ਜਿਹੜਾ ਹੈ ਨਾ, ਉਹ ਆਲਮੋਸਟ 100% ਹੈ। ਗੋਡੇ ਬਦਲਣ ਦੇ ਜੋੜਾਂ ਦੇ ਆਪਰੇਸ਼ਨ ਦੀ ਗੱਲ ਕਰੀਏ ਤਾਂ ਬਾਹਰ ਨਾਲੋਂ ਤੁਸੀਂ ਕਹਿ ਲਓ ਕਿ 20% ਪੈਸੇ ਦੇ ਵਿੱਚ ਕੰਮ ਹੋ ਜਾਂਦਾ। D4 न्यूज़ देख रहे तमाम दोस्तों को दीपक भंडारी का नमस्कार। हमारे विशेष कार्यक्रम आपकी सेहत में आपका स्वागत है। आज हम आपकी मुलाकात एक ऐसी शख्सियत से करवाने जा रहे हैं जिन्होंने देश के लिए बहुत सालों तक अपनी सेवाएं दी हैं। अगर यूं कहें कि ये देश का अनमोल हीरा है तो कुछ गलत नहीं होगा। हम यहां पर बात कर रहे हैं ब्रिगेडियर हरचरण सिंह की। आपको बता दें ये अर्जुन अवार्डी हैं। इन्हें अर्जुन अवार्ड मिला था भारत सरकार की तरफ से वर्ष 1977 में। फिर इन्हें विशिष्ट सेवा मेडल से भी नवाजा जा चुका है, जो इन्हें मिला प्रेसिडेंट ऑफ इंडिया की ओर से वर्ष 1981 में। महाराजा रणजीत सिंह अवार्ड से भी इन्हें सम्मानित किया जा चुका है। जब मुख्यमंत्री कैप्टन अमरिंदर सिंह की सरकार थी तो वर्ष 2019 में इन्हें महाराजा रणजीत सिंह अवार्ड से सम्मानित किया गया था। आपको बता दें कि ये अभी तक वर्ल्ड हॉकी कप खेल चुके हैं, और वर्ष 1900 जो पहला वर्ल्ड हॉकी कप इन्होंने खेला था वर्ष 1971 में खेला था, जो स्पेन में हुआ था। वहां पर ब्रॉन्ज मेडल इनकी टीम की ओर से हासिल किया गया था। दूसरा वर्ल्ड कप इन्होंने खेला 1973 में, हॉलैंड में हुआ था, वहां से इन्हें सिल्वर मेडल मिला। और जब वर्ल्ड हॉकी कप हुआ 1975 में, तब इनकी टीम गोल्ड मेडल जीती थी। 1972 की ओलंपिक जो कि जर्मनी में हुई थी, वहां से ब्रॉन्ज मेडल। वर्ष 1970 में एशियन गेम्स बैंकॉक में हुई थी, सिल्वर मेडल। वर्ष 1974 में एशियन गेम्स में सिल्वर मेडल। ये देश की धरोहर हैं। इनसे बात करेंगे। सत श्री अकाल ब्रिगेडियर साहब। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ब्रिगेडियर साहब पहले तो देखो, ਅਸੀਂ ਸਾਰੇ ਵਿਸ਼ੇਸ਼ कार्यक्रम 'ਚ ਤੁਹਾਡਾ ਸਵਾਗਤ ਹੈ। ਤੁਸੀਂ ਦੇਸ਼ ਦੀ ਬਹੁਤ ਸੇਵਾ ਕੀਤੀ ਹੈ। ਕੋਈ ਐਸੀ ਘਟਨਾ ਤੁਹਾਡੇ ਜੀਵਨ ਨਾਲ ਜੁੜੀ ਹੋਵੇ ਜਿਹੜੀ ਤੁਹਾਨੂੰ ਰੋਮਾਂਚਿਤ ਕਰਦੀ ਹੋਵੇ? ਜ਼ਿੰਦਗੀ 'ਚ ਬਹੁਤ ਘਟਨਾ ਨੇ ਜਿਹੜੀਆਂ ਅਜੇ ਵੀ ਬਹੁਤ ਤਾਜ਼ਾ ਨੇ ਦਿਮਾਗ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਸਰੋਤਿਆਂ ਨੂੰ ਕਿ ਮੈਂ ਕਾਲਜ 'ਚ ਪੜ੍ਹਦਿਆਂ ਹੀ 1969 ਦੇ ਵਿੱਚ ਹਿੰਦੁਸਤਾਨ ਦੀ ਹਾਕੀ ਟੀਮ ਵਾਸਤੇ ਸਿਲੈਕਟ ਹੋ ਗਿਆ ਸੀ, ਔਰ 1969 ਤੋਂ ਲੈ ਕੇ 1972 ਤੱਕ ਮੈਂ ਫੌਜ 'ਚ ਨਹੀਂ ਸੀ ਹੈਗਾ। ਮੈਂ ਪਹਿਲਾਂ ਕਾਲਜ 'ਚ ਪੜ੍ਹਦਾ ਸੀ, ਬਾਅਦ 'ਚ ਫਿਰ ਮੈਂ BSF ਦੇ ਵਿੱਚ ਮੈਨੂੰ ਜੁਆਇਨ ਕਰਵਾ ਲਿਆ ਗਿਆ। ਲੇਕਿਨ 1971 ਦੀ ਜੰਗ ਤੋਂ ਬਾਅਦ ਬਾਰਡਰ ਦੀ ਬੈਲਟ ਦੇ ਨਿਵਾਸੀ ਹੋਣ ਦੇ ਨਾਤੇ ਉਸ ਲੜਾਈ ਨੂੰ ਬਹੁਤ ਐਜ਼ ਏ ਸਿਵਲੀਅਨ ਬਹੁਤ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਔਰ ਉਸ ਵੇਲੇ ਜਵਾਨ ਉਮਰ ਸੀ, ਯੰਗ ਸਾਂ। ਇੰਡੀਆ ਦਾ ਬਲੇਜ਼ਰ ਪਾਇਆ ਹੁੰਦਾ ਸੀ, ਲੇਕਿਨ ਜਦੋਂ ਕਿਸੇ ਫੌਜੀ ਅਫਸਰ ਨੂੰ ਲੈਫਟੀਨੈਂਟ ਨੂੰ ਬੱਸ 'ਚ ਸਫ਼ਰ ਕਰਦਿਆਂ ਜਾਂ ਗੱਡੀ ਸਫ਼ਰ ਕਰਦਿਆਂ ਦੇਖਦਾ ਸੀ ਤਾਂ ਮਨ 'ਚ ਇੱਛਾ ਆਉਂਦੀ ਸੀ ਕਿ ਇਹ ਤਾਂ ਇੰਡੀਆ ਦਾ ਬਲੇਜ਼ਰ ਪਾਇਆ ਆਲਰਾਈਟ ਆ, ਲੇਕਿਨ ਜਿੰਨਾ ਚਿਰ ਮੋਢੇ ਦੇ ਉੱਤੇ ਇੱਕ ਸਟਾਰ ਨਹੀਂ ਲੱਗਦਾ ਉਹਨਾਂ ਚਿਰ ਜ਼ਿੰਦਗੀ ਦਾ ਮਜ਼ਾ ਨਹੀਂ ਆਉਂਦਾ। ਤਾਂ ਉਹ ਮੋਟੀਵੇਸ਼ਨ ਸੀਗੀ ਜਿਸ ਚੀਜ਼ ਨੇ ਮੈਨੂੰ ਫੌਜ ਦੇ ਵਿੱਚ ਕਮਿਸ਼ਨ ਲਈ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ। ਔਰ ਮੈਨੂੰ ਖੁਸ਼ੀ ਹੈ ਕਿ 1972 ਦੀ ਓਲੰਪਿਕਸ ਤੋਂ ਪਹਿਲਾਂ ਮੈਂ ਆਲਰੇਡੀ ਸਿਲੈਕਟ ਹੋ ਚੁੱਕਾ ਸੀਗਾ ਪ੍ਰੀ ਕਮਿਸ਼ਨ ਟ੍ਰੇਨਿੰਗ ਵਾਸਤੇ। ਲੇਕਿਨ ਕਿਉਂਕਿ ਡੇਟਸ ਕਲੈਸ਼ ਕਰ ਗਈਆਂ ਮਿਊਨਿਕ ਓਲੰਪਿਕਸ ਦੇ ਨਾਲ, ਇਸ ਕਰਕੇ ਇੰਡੀਅਨ ਹਾਕੀ ਫੈਡਰੇਸ਼ਨ ਨੇ ਆਰਮੀ ਹੈੱਡਕੁਆਟਰ ਤੋਂ ਸਪੈਸ਼ਲ ਪਰਮਿਸ਼ਨ ਲੈ ਕੇ ਮੈਨੂੰ ਓਲੰਪਿਕਸ ਲਈ ਭੇਜਿਆ। ਔਰ ਵਾਪਸ ਆ ਕੇ ਫਿਰ ਮੈਨੂੰ ਜਿਹੜੀ ਸੀ ਪ੍ਰੀ ਕਮਿਸ਼ਨ ਟ੍ਰੇਨਿੰਗ ਲਈ 1 ਜਨਵਰੀ 1977 ਤੋਂ ਮੈਂ ਆਫਿਸਰ ਟ੍ਰੇਨਿੰਗ ਅਕੈਡਮੀ ਚੇਨਈ 'ਚ ਮੈਂ ਆਪਣੀ ਟ੍ਰੇਨਿੰਗ ਵਾਸਤੇ ਗਿਆ। ब्रिगेडियर साहब, ਸਾਰੀ ਜਾਣਕਾਰੀ ਦੇ ਮੁਤਾਬਿਕ ਤੁਸੀਂ 2006 'ਚ ਰਿਟਾਇਰ ਹੋਏ। 6 'ਚ ਰਿਟਾਇਰ ਹੋਣ ਤੋਂ ਬਾਅਦ ਤੁਹਾਡੀ ਜੀਵਨ 'ਚ ਟਵਿਸਟ ਕਿਵੇਂ ਆਇਆ? ਜੋ ਤੁਹਾਡੇ ਇੰਨੇ ਤੁਸੀਂ ਓਲੰਪਿਕ ਖੇਲ ਚੁੱਕੇ ਹੋ, ਤੁਹਾਡੇ ਗੋਡੇ ਕਿਵੇਂ ਖਰਾਬ ਹੋ ਗਏ ਦੋਨੋਂ? ਐਕਚੁਅਲੀ ਹਾਕੀ ਖੇਡਦਿਆਂ ਹੋਇਆਂ ਅੰਤਰਰਾਸ਼ਟਰੀ ਲੈਵਲ 'ਤੇ ਜਾਂ ਡੋਮੈਸਟਿਕ ਹਾਕੀ 'ਚ ਮੇਰੇ ਗੋਡਿਆਂ ਦੀ ਕਦੀ ਕੋਈ ਪ੍ਰੋਬਲਮ ਨਹੀਂ ਸੀ ਹੋਈ। ਫੌਜ 'ਚ ਅਲੱਗ-ਅਲੱਗ ਸੈਕਟਰ ਦੇ ਵਿੱਚ ਮਾਊਂਟੇਨੀਅਸ ਏਰੀਆ, ਜੰਗਲ ਏਰੀਆ, ਡੈਜ਼ਰਟਸ ਏਰੀਆ, ਪਲੇਨ ਏਰੀਆ
ਹਰੇਕ ਜਗ੍ਹਾ ਤੇ ਨੌਕਰੀ ਕੀਤੀ, ਕਮਾਂਡ ਵੀ ਕੀਤੀਆਂ, ਲੇਕਿਨ ਗੋਡੇ ਬਿਲਕੁਲ ਸਹੀ ਸਲਾਮਤ ਸਨ। ਲੇਕਿਨ ਜਦੋਂ ਮੈਂ 2006 ਵਿੱਚ ਰਿਟਾਇਰ ਹੋ ਕੇ ਆਇਆ ਬਤੌਰ ਬ੍ਰਿਗੇਡੀਅਰ, ਤਾਂ ਮੇਰੇ ਕੋਲ ਟਾਈਮ ਬੜਾ ਸੀ ਉਸ ਵੇਲੇ। ਇੰਨਾ ਟਾਈਮ ਸੀ ਫਿਰ ਮੈਂ ਸੋਚਿਆ ਕਿ ਚਲੋ ਸਵੇਰੇ ਸੈਰ ਕਰਦੇ ਹਾਂ, ਸ਼ਾਮ ਨੂੰ ਸੈਰ ਕਰਦੇ ਹਾਂ, ਦੁਪਹਿਰੇ ਸਾਈਕਲ ਚਲਾਉਂਦੇ ਹਾਂ। ਤਾਂ ਮੈਂ 7 ਕਿਲੋਮੀਟਰ ਸੈਰ ਸਵੇਰੇ, 7 ਕਿਲੋਮੀਟਰ ਸ਼ਾਮ ਨੂੰ, ਘੰਟਾ ਸਾਈਕਲ ਚਲਾਉਂਦਾ ਸੀ, ਜਿਸ ਦੇ ਨਤੀਜੇ ਵਜੋਂ ਮੈਂ ਬਹੁਤ ਫਿੱਟ ਹੋ ਗਿਆ। ਜਦੋਂ ਮੈਂ ਫਿੱਟ ਹੋ ਗਿਆ ਫਿਰ ਮੈਂ ਜੋਗਿੰਗ ਸ਼ੁਰੂ ਕਰਤੀ, ਵਾਕ ਤੋਂ ਜੋਗਿੰਗ 'ਤੇ ਆ ਗਿਆ, ਜੋਗਿੰਗ ਤੋਂ ਸਪ੍ਰਿੰਟਿੰਗ 'ਤੇ ਆ ਗਿਆ। ਤਾਂ ਵਨ ਫਾਈਨ ਮਾਰਨਿੰਗ ਮੈਂ ਆਪਣੇ ਘਰ ਦੇ ਪਿੱਛੇ ਜਿਹੜਾ ਪਾਰਕ ਆ ਉੱਥੇ ਹੀ ਸਪ੍ਰਿੰਟਾਂ ਲਗਾ ਰਿਹਾ ਸਾਂ, ਤਾਂ ਮੇਰਾ ਜਿਹੜਾ ਗੋਡਾ ਸੀ ਉਹ ਖਿੱਚਿਆ ਗਿਆ। ਔਰ ਉਸ ਤੋਂ ਬਾਅਦ 2009 'ਚ ਮੈਨੂੰ ਆਰਥੋਸਕੋਪੀ ਵੀ ਕਰਾਉਣੀ ਪਈ, ਪਰ ਫਿਰ ਵੀ ਮੈਂ ਖਿਡਾਰੀ ਹੋਣ ਦੇ ਨਾਤੇ ਆਪਣੀ ਮੈਨੂੰ ਕੋਸ਼ਿਸ਼ ਸੀ ਕਿ ਮੈਂ ਬਿਨਾਂ ਇੰਪਲਾਂਟ ਪਵਾਇਆ ਆਪਣੇ ਗੋਡਿਆਂ ਨੂੰ ਠੀਕ ਕਰੂੰਗਾ। ਲੇਕਿਨ ਹੋਇਆ ਕਿ ਜਿਹੜਾ ਦੂਸਰਾ ਗੋਡਾ ਸੀ ਉਹ ਵੀ ਖਰਾਬ ਹੋ ਗਿਆ। ਮਤਲਬ ਇੱਕ ਠੀਕ ਚੱਕਰ ਕਰਨ ਦੇ ਚੱਕਰ 'ਚ ਦੂਜਾ ਵੀ ਖਰਾਬ ਕਰ ਲਿਆ। ਦੂਸਰਾ ਵੀ ਖਰਾਬ ਹੋ ਗਿਆ। ਫਿਰ ਅੱਜ ਤੋਂ 4 ਕੁ ਸਾਲ ਪਹਿਲਾਂ ਮੈਂ ਡਾਕਟਰ ਅਵਤਾਰ ਸਿੰਘ ਉਹਨਾਂ ਨੂੰ ਆਪਣਾ ਗੋਡਾ ਦਿਖਾਇਆ। ਉਹਨਾਂ ਕਿਹਾ ਕਿ ਤੁਸੀਂ ਖਿਡਾਰੀ ਆਦਮੀ ਜੇ, ਤੁਸੀਂ ਵੈਸੇ ਤਾਂ ਤੁਹਾਨੂੰ ਇੰਪਲਾਂਟ ਪਾਉਣਾ ਚਾਹੀਦਾ, ਨੀ ਟ੍ਰਾਂਸਫਰ ਕਰਨਾ ਚਾਹੀਦਾ ਹੈ, ਟ੍ਰਾਂਸਪਲਾਂਟ ਕਰਨਾ ਚਾਹੀਦਾ ਹੈ, ਪਰ ਫਿਰ ਵੀ ਤੁਸੀਂ ਖਿਡਾਰੀ ਜੀ, ਤੁਸੀਂ ਕੋਈ ਨਾ ਕੋਈ ਟਾਈਮ ਕੱਢ ਸਕਦੇ ਜੀ। ਤਾਂ ਮੈਂ 4 ਕੁ ਸਾਲ ਹੋਰ ਖਿੱਚ ਗਿਆ। ਫਿਰ ਇਸੇ ਸਾਲ ਜਦੋਂ ਗੋਡੇ ਜ਼ਿਆਦਾ ਖਰਾਬ ਹੋ ਗਏ, ਫਿਰ ਮੈਂ ਡਾਕਟਰ ਸਾਹਿਬ ਨੂੰ ਫ਼ੋਨ ਕੀਤਾ। ਡਾਕਟਰ ਸਾਹਿਬ ਨੇ ਫਿਰ 12 ਜੁਲਾਈ ਨੂੰ ਇਸੇ ਸਾਲ 4 ਮਹੀਨੇ ਪਹਿਲਾਂ ਜਿਹੜਾ ਸੀਗਾ ਬਹੁਤ ਅੱਛੇ ਤਰੀਕੇ ਦੇ ਨਾਲ ਰੋਬੋਟਿਕ ਟੈਕਨੀਕ ਦੇ ਨਾਲ ਮੇਰੇ ਇੱਕ ਗੋਡੇ ਦੀ ਜਿਹੜੀ ਆ ਉਹ ਇੰਪਲਾਂਟ ਪਵਾਇਆ ਹੈ। ਔਰ ਉਸ ਤੋਂ ਬਾਅਦ ਜਲਦੀ ਹੀ ਮੇਰਾ ਜਿਹੜਾ ਗੋਡੇ 'ਚ ਦੁਬਾਰਾ ਤਾਕਤ ਆਉਣੀ ਸ਼ੁਰੂ ਹੋ ਗਈ, ਦੁਬਾਰਾ ਫੁੱਲ ਸਟਰੈਂਥ ਆ ਗਈ। ਔਰ ਨਾਲ ਉਹਨਾਂ ਦਾ ਮੈਂ ਇਹ ਦੱਸਣਾ ਚਾਹਾਂਗਾ ਕਿ ਇੰਨੀ ਅੱਛੀ ਟੈਕਨੀਕ ਦੇ ਨਾਲ, ਇੰਨੇ ਅੱਛੇ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਕੀਤਾ, ਸਰਜਰੀ ਕੀਤੀ, ਉਹਨਾਂ ਦੀ ਸਾਰੀ ਟੀਮ ਨੇ। ਔਰ ਪੂਰੇ ਹੌਸਪੀਟਲ ਇੱਕ ਮੇਰੇ ਲਈ ਇੱਕ ਜ਼ਿੰਦਗੀ ਦਾ ਬੜਾ ਅੱਛਾ ਐਕਸਪੀਰੀਅੰਸ ਸੀਗਾ ਕਿਸੇ ਅੱਛੇ ਹੌਸਪੀਟਲ ਦੀ ਰਨਿੰਗ ਕਿਵੇਂ ਹੁੰਦੀ ਆ। ਔਰ ਮੈਂ ਜਿਸ ਦਿਨ ਡਿਸਚਾਰਜ ਹੋਇਆ ਹੈ 16 ਜੁਲਾਈ 2021 ਨੂੰ ਹੌਸਪੀਟਲ 4 ਦਿਨ ਰਹਿ ਕੇ, ਮੈਂ ਉੱਥੇ ਲਿਖਿਆ ਸੀ ਕਮੈਂਟਸ ਦੇ ਵਿੱਚ ਕਿ ਇਹ ਹੌਸਪੀਟਲ ਐਸਾ ਜੋ ਕਿ ਆਪਣੇ ਆਪ ਦੀ ਹੌਸਪੀਟਲ ਸੀਮਸ ਟੂ ਬੀ ਰਨਿੰਗ ਔਨ ਇਟਸ ਓਨ। ਅਮਨਦੀਪ ਮੈਡੀਸਿਟੀ 'ਚ ਤੁਹਾਡਾ ਹਸਪਤਾਲ ਹੈ? ਅਮਨਦੀਪ ਪੁਰਾਣੀ ਲੋਕੇਸ਼ਨ 'ਚ ਹੌਸਪੀਟਲ, ਉੱਥੇ ਮੇਰਾ ਆਪਰੇਸ਼ਨ ਹੋਇਆ ਸੀਗਾ। ਔਰ ਉਹ 'ਚ ਮੈਂ ਲਿਖਿਆ ਸੀ ਕਿ ਅਮਨਦੀਪ ਹੌਸਪੀਟਲ ਸੀਮਸ ਟੂ ਬੀ ਰਨਿੰਗ ਔਨ ਇਟਸ ਓਨ ਐਂਡ ਐਵਰੀਵਨ ਇਜ਼ ਜਸਟ ਪਾਰਟ ਆਫ ਇਟਸ ਰਨਿੰਗ। ਅੱਛਾ ਬ੍ਰਿਗੇਡੀਅਰ ਸਾਹਿਬ, ਇਹੋ ਜਿਹੇ ਅੱਛੇ ਉਸ ਹੌਸਪੀਟਲ ਦੇ ਪ੍ਰੋਟੋਕੋਲ ਨੇ, ਇਹੋ ਜਿਹੇ ਉਹਨਾਂ ਦੇ ਪ੍ਰੋਸੀਜਰ ਨੇ ਕਿ ਵਨ ਫੀਲਜ਼ ਐਬਸੋਲਿਊਟਲੀ ਸੇਫ ਐਂਡ ਸਿਕਿਉਰ ਇਨ ਦੈਟ ਹੌਸਪੀਟਲ। ਅੱਛਾ ਬ੍ਰਿਗੇਡੀਅਰ ਸਾਹਿਬ, ਤੁਸੀਂ ਕਿਹਾ ਵੀ ਮੈਂ ਕਾਫੀ ਸਾਲ ਤਕਲੀਫ 'ਚ ਕੱਟ ਦਿੱਤੇ, ਕਿਉਂਕਿ ਹੁਣ ਤੁਹਾਨੂੰ ਲੱਗ ਰਿਹਾ ਕਿ ਮੈਂ ਆਪਣੀ ਕੁਆਲਿਟੀ ਪਹਿਲੇ ਨਾਲੋਂ ਸੁਧਾਰ ਲਈ ਆਫਟਰ ਆਪਰੇਸ਼ਨ, ਤੁਸੀਂ ਇਹ ਫੀਲ ਕਰ ਰਹੇ ਹੋ? ਤੁਹਾਡੇ ਇਸ ਸਵਾਲ ਦੇ ਜਵਾਬ 'ਚ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੀ ਉਮਰ ਇਸ ਵੇਲੇ 72 ਸਾਲ ਹੈ। ਇੱਕ ਗੋਡੇ ਦਾ ਆਪਰੇਸ਼ਨ ਕਰਾ ਕੇ 4 ਮਹੀਨਿਆਂ ਦੇ ਬਾਅਦ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਮੇਰੀ ਉਮਰ ਜਿਹੜੀ ਆ ਉਹ ਕੋਈ 52 ਸਾਲ ਹੋ ਗਈ ਹੈ, 20 ਸਾਲ ਘੱਟ ਗਈ ਹੈ। ਔਰ ਆਈ ਐਮ ਸ਼ੋਰ ਕਿ ਜਦੋਂ ਮੈਂ ਦੂਜੇ ਗੋਡੇ ਦਾ ਵੀ ਆਪਰੇਸ਼ਨ ਕਰਾਉਣਾ ਹੈ ਮਾਰਚ ਵਿੱਚ, ਡਾਕਟਰ ਸਾਹਿਬ ਤੇ ਐਡਵਾਈਸ ਦਿੰਦੇ ਸੀ ਕਿ ਹੁਣੇ ਕਰਾਵਾਂ, ਪਰ ਮੇਰੀਆਂ ਕੁਝ ਫੈਮਿਲੀ ਕਮਿਟਮੈਂਟਸ ਹੋਣ ਕਰਕੇ ਵੀ ਆ ਪਲਾਨਡ ਕਿ ਮਾਰਚ ਦੇ ਵਿੱਚ ਇਹਦਾ ਆਪਰੇਸ਼ਨ ਕਰਾਵਾਂਗੇ। ਔਰ ਦੂਸਰੇ ਗੋਡੇ ਦਾ ਜਦੋਂ ਆਪਰੇਸ਼ਨ ਹੋ ਗਿਆ ਔਰ ਮੇਰਾ ਗੋਡਾ ਬਿਲਕੁਲ ਜਦੋਂ ਸਿੱਧਾ ਹੋ ਗਿਆ ਸੱਜੇ ਗੋਡੇ ਵਾਂਗੂ, ਅਤੇ ਮੈਂ ਡੈਫੀਨੇਟਲੀ ਆਈ ਵਿਲ ਫੀਲ ਕਿ ਮੇਰੀ ਉਮਰ ਜਿਹੜੀ ਉਹ 42 ਸਾਲ ਹੋ ਗਈ ਹੈ। ਤੇ ਬ੍ਰਿਗੇਡੀਅਰ ਸਾਹਿਬ, ਜਦੋਂ ਤੁਸੀਂ ਆਪਰੇਟ ਨਹੀਂ ਕਰਵਾਇਆ ਸੀ, ਕਿੰਨੀ ਪੇਨ 'ਚ ਰਹਿੰਦੇ ਸੀਗੇ, ਅਤੇ ਹੁਣ ਆਫਟਰ ਆਪਰੇਸ਼ਨ ਕਿਆ ਤੁਸੀਂ ਉਹ ਸਾਰੇ ਕੰਮ ਕਰ ਪਾ ਰਹੇ ਹੋ ਜਿਹੜੇ ਤੁਸੀਂ ਪੇਨ 'ਚ ਨਹੀਂ ਕਰ ਪਾਉਂਦੇ ਸੀਗੇ? ਡੈਫੀਨੇਟਲੀ ਦੇਰ ਇਜ਼ ਅ ਕੁਆਲਿਟੇਟਿਵ ਚੇਂਜ ਇਨ ਦੀ ਕੁਆਲਿਟੀ ਆਫ ਲਾਈਫ। ਔਰ ਮੇਰਾ ਜਿਹੜਾ ਗੋਡਾ ਹੈ ਬਿਲਕੁਲ, ਜਿਹਦਾ ਆਪਰੇਸ਼ਨ ਹੋਇਆ ਉਹ ਬਿਲਕੁਲ ਨੋਰਮਲ ਗੋਡਾ ਹੋ ਗਿਆ ਹੈ। ਇੱਥੋਂ ਤੱਕ ਕਿ ਮੇਰੀ ਜਿਹੜੀ ਜਮਾਂਦਰੂ ਵੀ ਇੰਨੀ ਲੱਤ ਸਿੱਧੀ ਨਹੀਂ ਸੀ ਜਿਹੜੀ ਕਿ ਡਾਕਟਰ ਅਵਤਾਰ ਸਿੰਘ ਉਹਨਾਂ ਨੇ ਹੁਣ ਸਿੱਧੀ ਕਰ ਦਿੱਤੀ ਹੈ। ਅਤੇ ਡੈਫੀਨੇਟਲੀ ਸਾਰੇ ਕੰਮ ਮੈਂ ਹੁਣ ਕਰ ਰਿਹਾ ਹਾਂ। ਮੈਂ ਜੋ ਵੀ ਜ਼ਿੰਦਗੀ 'ਚ ਡੇ ਟੂ ਡੇ ਦੇ ਕੰਮ ਨੇ, ਆਪਣਾ ਸਾਈਕਲਿੰਗ ਵੀ ਚਲਾ ਰਿਹਾ ਹੈ, ਬੱਚਿਆਂ ਦੇ ਨਾਲ ਜਾ ਕੇ ਅਕੈਡਮੀ 'ਚ ਉਹਨਾਂ ਨੂੰ ਮੋਟੀਵੇਟ ਕਰ ਰਿਹਾ ਖੇਲਣ ਵਾਸਤੇ, ਉਹਨਾਂ ਨਾਲ ਕਈ ਵਾਰ ਖੇਲਦਾ ਵੀ ਹਾਂ। ਔਰ ਬਾਕੀ ਵੀ ਜਿੰਨੇ ਵੀ ਜਿਹੜੇ ਸੋਸ਼ਲ ਕਮਿਟਮੈਂਟਸ ਨੇ, ਕਿਉਂਕਿ ਐਜ਼ ਏ ਖਿਡਾਰੀ ਹੋਣ ਦੇ ਨਾਤੇ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਮੈਨੂੰ। ਅੱਛਾ, ਤੁਸੀਂ ਹੁਣ 72 ਸਾਲ ਦੀ ਏਜ 'ਚ ਵੀ ਹਾਕੀ ਖੇਲ ਰਹੇ ਹੋ ਜਾਂ ਸਿਖਾ ਰਹੇ ਹੋ? ਕਦੀ ਕਦੀ ਗਰਾਊਂਡ 'ਚ ਚਲੇ ਜਾਂਦੇ ਮਹਾਰਾਜਾ, ਜਿਹੜੀ ਉਹ ਰਣਜੀਤ ਸਿੰਘ ਹਾਕੀ ਅਕੈਡਮੀ, ਜਿਹੜੀ ਡਾਕਟਰ ਅਵਤਾਰ ਸਿੰਘ ਤੇ ਉਹਨਾਂ ਦੇ ਕੁਝ ਦੋਸਤ ਚਲਾ ਰਹੇ ਹਨ? ਹਾਂਜੀ, ਉਹ ਸ਼ਮੀ ਹੁਣੀ ਅਤੇ ਡਾਕਟਰ ਸਾਹਿਬ ਸਾਰੇ ਰਲ ਕੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਚਲਾ ਰਹੇ ਨੇ, ਉੱਥੇ ਵੀ ਮੈਂ ਜਾਂਦਾ ਹੈ।
ਬਾਕੀ ਅਕੈਡਮੀਆਂ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਕੈਡਮੀ ਨੇ, ਖਡੂਰ ਸਾਹਿਬ ਦੀ ਅਕੈਡਮੀ ਆ, ਔਰ ਅੰਮ੍ਰਿਤਸਰ ਟੂ ਜਿਹੜੀ ਬਟਾਲਾ ਰੋਡ ਆ, ਇਸ ਰੋਡ ਦੇ ਉੱਤੇ ਮੇਰਾ ਪਿੰਡ ਆ, ਔਰ ਉਸ ਇਲਾਕੇ ਦੇ ਵਿੱਚ ਵੀ ਹਰ ਪਿੰਡ ਦੇ ਵਿੱਚ ਹਾਕੀ ਖੇਡੀ ਜਾਂਦੀ ਆ, ਔਰ ਬੜੇ ਅੱਛੇ ਪਲੇਅਰ ਨਿਕਲੇ ਨੇ। ਈਵਨ ਜਿਹੜਾ ਹੁਣ ਜੂਨੀਅਰ ਵਰਲਡ ਕੱਪ ਹੋ ਰਿਹਾ ਹੈ, ਪਾਖਰਪੁਰੇ ਦਾ ਕੁਲਜੀਤ ਸਿੰਘ ਦਾ ਬੇਟਾ ਹੈ ਰਾਏਜੀਤ ਸਿੰਘ, ਉਹ ਲੜਕਾ ਉੱਤੇ ਖੇਡ ਰਿਹਾ ਹੈ। ਮੇਰੇ ਪਿੰਡ ਦੇ ਲੜਕੇ ਜਿਹੜੇ ਨੇ ਜੂਨੀਅਰ ਵਰਲਡ ਕੱਪ ਖੇਲ ਚੁੱਕਾ ਹੈ, ਸੀਨੀਅਰ ਵਰਲਡ ਕੱਪ ਸਰਵਨ ਸਿੰਘ ਖੇਲ ਚੁੱਕਾ ਹੈ। ਤੋ ਉਸ ਮੈਂ ਪਿੰਡ ਦੇ ਵਿੱਚ ਬੜਾ ਕਲੋਜ਼ਲੀ ਐਸੋਸੀਏਟਡ ਹੈ ਇਹਨਾਂ ਅਕੈਡਮੀਜ਼ ਦੇ ਨਾਲ ਵੀ, ਪਿੰਡਾਂ ਦੇ ਖਿਡਾਰੀਆਂ ਦੇ ਨਾਲ ਵੀ, ਔਰ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਜਾ ਕੇ ਨੌਜਵਾਨ ਲੜਕਿਆਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦਾ ਅਤੇ ਉਹਨਾਂ ਨੂੰ ਖੇਡਾਂ ਦੇਖਦਾ। ਬ੍ਰਿਗੇਡੀਅਰ ਸਾਹਿਬ, ਤੁਸੀਂ ਲੰਮਾ ਸਮਾਂ ਹਾਕੀ ਖੇਲੀ ਹੈ, ਸੈਂਕੜਿਆਂ ਤੁਸੀਂ ਗੋਲ ਕੀਤੇ ਹੋਣੇ, ਕੋਈ ਇਨਸੀਡੈਂਟ, ਕੋਈ ਤੁਹਾਡੀ ਯਾਦਗਾਰ, ਜ਼ਿੰਦਗੀ ਦਾ ਯਾਦਗਾਰ ਐਜ਼ ਏ ਖਿਡਾਰੀ, ਮੈਂ ਚਾਹਾਂਗਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਤੀਸਰਾ ਵਰਲਡ ਕੱਪ ਜੋ ਕਿ 1975 'ਚ ਕੁਆਲਾਲੰਪੁਰ ਵਿੱਚ ਹੋਇਆ ਸੀ, ਔਰ ਸੈਮੀਫਾਈਨਲ ਜਿਹੜਾ ਸੀ ਸਾਡਾ ਹੋਸਟ ਕੰਟਰੀ ਮਲੇਸ਼ੀਆ ਦੇ ਨਾਲ ਸੀਗਾ, ਮਰਡੇਕਾ ਸਟੇਡੀਅਮ ਵਿੱਚ, ਜੋ ਕਿ 14 ਮਾਰਚ 1975 ਨੂੰ ਮੈਚ ਖੇਡਿਆ ਗਿਆ ਸੀ, ਠੀਕ ਅਜੇ ਵੀ ਯਾਦ ਹੈ। ਔਰ ਉਹਦੇ 'ਚ ਅਸੀਂ ਇੱਕ ਗੋਲ 'ਤੇ ਪਿੱਛੇ ਸਾਂ ਪਹਿਲਾਂ, ਫਿਰ ਅਸੀਂ ਮੈਚ ਬਰਾਬਰ ਦੇ ਕੀਤਾ, ਫਿਰ ਅਸੀਂ ਲੀਡ ਲਈ, ਫਿਰ ਮਲੇਸ਼ੀਆ ਨੇ ਬਰਾਬਰ ਦਾ ਗੋਲ ਕਰਤਾ, ਅਤੇ ਜਿਹੜਾ ਰੈਗੂਲਰ ਟਾਈਮ ਸੀਗਾ 2-2 'ਤੇ ਖਤਮ ਹੋਇਆ ਮੈਚ। ਫਿਰ ਐਕਸਟਰਾ ਟਾਈਮ ਦਿੱਤਾ ਗਿਆ ਉਸ ਵੇਲੇ 15 ਮਿੰਟ, ਔਰ ਜਿਹੜਾ ਐਕਸਟਰਾ ਟਾਈਮ ਦਾ ਸੈਕਿੰਡ ਹਾਫ ਸੀ 7.5 ਮਿੰਟ ਦਾ, ਉਹਦੇ ਵਿੱਚ ਜਿਹੜਾ ਵਿਨਿੰਗ ਗੋਲ ਸੀਗਾ ਉਹ ਮੈਂ ਕੀਤਾ ਸੀਗਾ, ਔਰ ਮਲੇਸ਼ੀਆ ਨੂੰ ਅਸੀਂ ਸੈਮੀਫਾਈਨਲ 'ਚ ਹਰਾ ਕੇ ਫਾਈਨਲ 'ਚ ਅਸੀਂ ਪਹੁੰਚੇ ਸਾਂ, ਜਿੱਥੇ ਕਿ ਅਸੀਂ ਪਾਕਿਸਤਾਨ ਨੂੰ ਫਿਰ ਫਾਈਨਲ ਵਿੱਚ ਹਰਾ ਕੇ ਅਤੇ 1975 ਦੇ ਵਰਲਡ ਹਾਕੀ ਕੱਪ ਦੇ ਅਸੀਂ ਚੈਂਪੀਅਨ ਬਣੇ ਸੀ। ਉਹ ਯਾਦ ਜਿਹੜੀ ਆ ਉਹ ਬੜੀ ਮਤਲਬ ਇੰਪੋਰਟੈਂਟ ਹੈ ਮੂਮੈਂਟ ਲਾਈਫ ਦੇ ਵਿੱਚ, ਜੋ ਕਿ ਹਮੇਸ਼ਾ ਯਾਦ ਰਹੇਗਾ। ਅੱਛਾ ਬ੍ਰਿਗੇਡੀਅਰ ਸਾਹਿਬ, ਤੁਸੀਂ ਤਾਂ ਆਪਰੇਸ਼ਨ ਕਰਾ ਲਿਆ, ਕੋਈ ਬਹੁਤ ਸਾਰੇ ਲੋਕ ਐਸੇ ਹੈ ਕਿ ਜਿਹੜੇ ਆਪਰੇਸ਼ਨ ਨਹੀਂ ਕਰਾਉਂਦੇ ਅਤੇ ਆਪਣੀ ਕੁਆਲਿਟੀ ਆਫ ਲਾਈਫ ਇਸ ਤਰ੍ਹਾਂ ਉਹ ਕਹਿੰਦੇ ਵੀ ਰੱਬ ਦੇ ਆਸਰੇ ਛੱਡ ਦਿੰਦੇ, ਤੁਸੀਂ ਉਹਨਾਂ ਲੋਕਾਂ ਨੂੰ ਕਿਆ ਸੰਦੇਸ਼ ਮੈਸੇਜ ਦੇਣਾ ਚਾਹੁੰਦੇ ਹੋ? ਆਪਣੇ ਗੋਡੇ ਦੀ ਸਰਜਰੀ ਕਰਵਾ ਕੇ ਜੋ ਮੈਂ ਮਹਿਸੂਸ ਕੀਤਾ ਹੈ ਕਿ ਦੇਰ ਇਜ਼ ਅ ਟਰਮੈਂਡਸ ਇੰਪਰੂਵਮੈਂਟ ਇਨ ਦੀ ਕੁਆਲਿਟੀ ਆਫ ਲਾਈਫ ਫॉर ਮੀ, ਔਰ ਇਸ ਕਰਕੇ ਜਿਹੜੇ ਵੀ ਭੈਣ ਭਰਾ ਸੋਚਦੇ ਨੇ ਕਿ ਸਰਜਰੀ ਤੋਂ ਬਿਨਾਂ ਗੋਡਾ ਠੀਕ ਹੋ ਜਾਏਗਾ, ਉਹ ਗਲਤ ਨੇ, ਗਲਤਫਹਿਮੀ 'ਚ ਨੇ। ਔਰ ਜਿੰਨੀ ਵੀ ਜਲਦੀ ਹੋ ਸਕੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਅਮਨਦੀਪ ਹੌਸਪੀਟਲ ਜਾਓ, ਆਪਣੇ ਗੋਡੇ ਦੀ ਸਰਜਰੀ ਕਰਾਓ, ਔਰ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਨਜ਼ਾਰੇ ਦੇਖੋ ਕਿ ਪਹਿਲਾਂ ਤੁਹਾਡੀ ਪੀੜ ਦੇ ਨਾਲ ਜਾਂ ਤੁਹਾਡੀ ਗੋਡੇ ਖਰਾਬ ਹੋਣ ਕਰਕੇ ਤੁਹਾਡੀ ਲਾਈਫ ਸੀ, ਉਹਦੇ 'ਚ ਕਿੰਨੀ ਬਿਹਤਰ ਜਿਹੜੀ ਚੇਂਜ ਆਏਗੀ। ਐਂਡ ਆਈ ਐਮ श्योर यू विल डेफिनेटली चेरिश द क्वालिटी ऑफ लाइफ देयर आफ्टर। धन्यवाद। हमारे साथ बात करने के लिए ब्रिगेडियर हरचरण सिंह, जिन्होंने बताया कि किस देश के लिए उन्होंने कितने साल तक खेला, अनगिनत गोल किए, और जब ये रिटायर हो गए तो इनके घुटनों में तकलीफ़ होना शुरू हो गई। अब इनकी क्वालिटी ऑफ लाइफ जो पहले से कहते हैं बहुत ही इम्प्रूव हो चुकी है, ये खुद को 20 साल युवा महसूस करने लगे हैं। अब हम बात करेंगे अमनदीप हॉस्पिटल के जो चीफ ऑर्थोपेडिक सर्जन हैं डॉक्टर अवतार सिंह, उनके साथ उसके इस बारे में उनका क्या कहना है। हमारे साथ हैं डॉक्टर अवतार सिंह, जिन्होंने हाल ही में ब्रिगेडियर हरचरण सिंह का घुटना बदला है। आपको ये बता दें कि डॉक्टर अवतार सिंह अभी तक 1.25 लाख से अधिक हड्डियों के ऑपरेशन कर चुके हैं। डॉक्टर साहब सत श्री अकाल। ਸਤਿ ਸ਼੍ਰੀ ਅਕਾਲ ਜੀ ਭੰਡਾਰੀ ਸਾਹਿਬ। ਡਾਕਟਰ ਬ੍ਰਿਗੇਡੀਅਰ ਹਰਚਰਨ ਸਿੰਘ ਦਾ ਤੁਸੀਂ ਉਹਨੇ ਘੁਟਨਾ, ਹੋਰ ਵੀ ਬਹੁਤ ਸਾਰੇ ਤੁਸੀਂ ਆਪਰੇਸ਼ਨ ਕੀਤੇ ਨੇ, ਜਿਵੇਂ ਮੈਂ ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਜੀ ਮੇਰੀ ਜਿਹੜੀ ਲਾਈਫ ਹੈ ਮੈਨੂੰ ਆਪਣੇ ਆਪ ਨੂੰ 20 ਸਾਲ ਜਵਾਨ ਸਮਝਣ ਲੱਗ ਗਿਆ। ਪਰ ਜੀ ਇਹ ਵੀ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਵੀ ਹੋਣੇ ਵੀ ਜਿਹੜੇ ਡਰਦੇ ਆ, ਮਤਲਬ ਪੁੱਛਣ 'ਚ ਹੀ ਕਈ ਸਾਲ ਲੰਘਾ ਦਿੰਦੇ ਵੀ ਆਪਣਾ ਆਪਰੇਸ਼ਨ ਨਹੀਂ ਕਰਾਉਂਦੇ। ਹਾਂ ਡੈਫੀਨੇਟਲੀ ਭੰਡਾਰੀ ਸਾਹਿਬ, ਸ਼ੁਰੂ 'ਚ ਮੈਂ ਦੇਖਿਆ ਕਿ ਜਦੋਂ ਮਰੀਜ਼ਾਂ ਨੂੰ ਕਹੀਦਾ ਸੀ ਨਾ ਕਿ ਭਾਜੀ ਤੁਹਾਡਾ ਗੋਡਾ ਬਦਲਣ ਵਾਲਾ, ਅਤੇ ਉਹ ਆਮ ਤੌਰ 'ਤੇ ਡਰ ਜਾਂਦੇ ਹੁੰਦੇ ਸੀ, ਔਰ ਉਹਨਾਂ ਦੇ ਦਿਮਾਗ 'ਚ ਡਰ ਇਹ ਰਹਿੰਦਾ ਹੁੰਦਾ ਸੀ ਕਿ ਅਸੀਂ ਕਿਤੇ ਪਹਿਲਾਂ ਨਾਲੋਂ ਵੀ ਨਾ ਰਹਿ ਜਾਈਏ। ਐਂਡ ਉਹਨਾਂ ਦੀ ਗੱਲ ਕਿਸੇ ਹੱਦ ਤੱਕ ਠੀਕ ਹੁੰਦੀ ਸੀ ਕਿ ਜਿਹੜੀ ਪੁਰਾਣੀ ਟੈਕਨੋਲੋਜੀ ਨਾਲ ਜਦੋਂ ਗੋਡੇ ਬਦਲੇ ਜਾਂਦੇ ਸਨ, ਉਹਦੇ 'ਚ 100 ਦੇ ਵਿੱਚੋਂ ਤਕਰੀਬਨ 25-30 ਮਰੀਜ਼ਾਂ ਦੇ ਗੋਡੇ ਖਰਾਬ ਹੋ ਜਾਂਦੇ ਸੀ। ਸੋ ਡਰ ਉਦੋਂ ਜੈਨੂਇਨ ਹੁੰਦਾ ਸੀ। ਹੁਣ ਦੱਸੋ, ਤੁਸੀਂ ਜਿਵੇਂ ਜਦੋਂ ਦਾ ਕਾਫੀ ਸਾਲਾਂ ਤੋਂ ਰੋਬੋਟਿਕ ਸਰਜਰੀ ਤੁਸੀਂ ਕਰ ਰਹੇ ਹੋ, ਮੇਰੇ ਮਦਰ ਦਾ ਵੀ ਆਪਰੇਸ਼ਨ ਤੁਸੀਂ ਵੀ ਕੀਤਾ ਸੀਗਾ, ਅਤੇ ਡਾਕਟਰ ਸਾਹਿਬ ਕਿਆ ਰੋਬੋਟਿਕ ਦੇ ਨਾਲ ਜਿਹੜੀ ਸਕਸੈਸ ਰੇਟ ਹੈ 100% ਹੈ? ਹਾਂਜੀ ਡੈਫੀਨੇਟਲੀ ਜਿਹੜੀ ਰੋਬੋਟਿਕ ਟੈਕਨੋਲੋਜੀ ਹੈ ਨਾ, ਇਹ ਡਿਪੈਂਡ ਕਰਦੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ, ਔਰ ਇਹਦੀ ਜਿਹੜੀ ਐਕੂਰੇਸੀ ਹੈ ਔਰ ਸਕਸੈਸ ਰੇਟ ਹੈ ਜਿਹੜਾ ਹੈ ਨਾ, ਉਹ ਆਲਮੋਸਟ 100% ਹੈ। ਇਹਦੇ ਦੁਬਾਰਾ ਖ਼ਰਾਬ ਹੋਣ ਦੇ ਚਾਂਸਸ ਵੀ ਜਿਹੜੇ ਨੇ ਉਹ 0% ਹੁੰਦੇ ਆ, ਔਰ ਇਹਦੇ 'ਚ ਰਿਕਵਰੀ ਵੀ ਬਹੁਤ ਫਾਸਟ ਹੁੰਦੀ ਹੈ।
ਅੱਛਾ ਡਾਕਟਰ ਸਾਹਿਬ, ਮੈਂ ਚਾਹੂੰਗਾ ਦਰਸ਼ਕਾਂ ਨੂੰ ਥੋੜਾ ਦੱਸੋ, ਕਿਉਂਕਿ ਲੋਕਾਂ 'ਚ ਹਜੇ ਵੀ ਕਈ ਧਾਰਨਾ ਹੈ, ਕਹਿੰਦੇ ਗੋਡਾ ਬਦਲਣਾ ਜੀ, ਉਹ ਇਹ ਸਮਝਦੇ ਵੀ ਗੋਡਾ ਬਦਲ ਦੇਣਾ ਹੈ, ਤੇ ਉਹ ਡਾਕਟਰ ਸਾਹਿਬ ਇੱਕ ਤੇ ਇਹ ਸਵਾਲ ਹੈ ਜੀ ਕਿ ਕਿਸ ਤਰ੍ਹਾਂ ਬਦਲ, ਇਹ ਵੀ ਇਹ ਖਰਾਬ ਕਿਉਂ ਹੁੰਦੇ ਹੈ? ਦੋ ਸਵਾਲਾਂ ਦਾ ਜਵਾਬ ਦੇਣਾ ਜੀ। ਪਹਿਲਾਂ ਆਪਾਂ ਦੂਸਰਾ ਸਵਾਲ ਜਿਹੜਾ ਹੈ, ਉਹਦੀ ਗੱਲ ਕਰ ਲਈਏ ਕਿ ਇਨਸਾਨ ਦੇ ਗੋਡੇ ਖਰਾਬ ਕਿਉਂ ਹੁੰਦੇ। ਬੇਸਿਕਲੀ ਜਿਉਂ-ਜਿਉਂ ਸਾਡੀ ਉਮਰ ਵੱਧਦੀ ਜਾਂਦੀ ਹੈ, ਜਾਂ ਅਸੀਂ ਕਹਿ ਲਓ ਕਿ ਬੁਢਾਪੇ 'ਚ ਕਦਮ ਰੱਖਣਾ ਸ਼ੁਰੂ ਕਰ ਦਿੰਦੇ ਹਾਂ, ਉਮਰ ਦੇ ਨਾਲ ਸਾਡੇ ਗੋਡੇ ਦੇ ਉੱਪਰ ਜਿਹੜੀ ਕਾਰਟਿਲੇਜ ਹੁੰਦੀ ਹੈ, ਇੱਕ ਨਰਮ ਰਬੜ ਦੀ ਤਰ੍ਹਾਂ ਇੱਕ ਤਹਿ ਹੁੰਦੀ ਹੈ ਹੱਡੀ ਦੇ ਉੱਪਰ, ਉਹ ਉਮਰ ਦੇ ਨਾਲ ਘਸ ਜਾਂਦੀ ਹੈ, ਔਰ ਮੋਟੇ ਲੋਕਾਂ ਦੇ ਵਿੱਚ ਉਹ ਜ਼ਿਆਦਾ ਜਲਦੀ ਘਸ ਜਾਂਦੀ ਹੈ, ਜਾਂ ਫਿਰ ਜਿਹੜੇ ਐਥਲੀਟਸ ਹੁੰਦੇ ਆ, ਪਲੇਅਰਸ ਹੁੰਦੇ ਆ, ਉਹਨਾਂ ਨੂੰ ਬਾਰ-ਬਾਰ ਉੱਠਕ ਬੈਠਕ ਕਰਨੀ ਪੈਂਦੀ ਆ, ਉਹਨਾਂ 'ਚ ਜਲਦੀ ਘਸ ਜਾਂਦੀ ਹੈ। ਪਰ ਉਮਰ ਕਰਕੇ ਜ਼ਿਆਦਾ ਲੋਕਾਂ ਦੀ ਜਿਹੜੀ ਆ ਉਹ ਕਾਰਟਿਲੇਜ ਘਸ ਜਾਂਦੀ ਆ, ਹੌਲੀ-ਹੌਲੀ ਗੋਡੇ ਜਿਹੜੇ ਨੇ ਉਹ ਖਰਾਬ ਹੋ ਜਾਂਦੇ ਆ, ਔਰ ਮਰੀਜ਼ਾਂ ਦਾ ਤੁਰਨਾ ਫਿਰਨਾ ਜਿਹੜਾ ਹੈ ਉਹ ਘਟ ਜਾਂਦਾ ਹੈ, ਔਰ ਸਮੇਂ ਦੇ ਨਾਲ ਹੱਡੀਆਂ ਜਿਹੜੀਆਂ ਲੱਤਾਂ ਜਿਹੜੀਆਂ ਨੇ, ਲੱਤਾਂ ਟੇਢੀਆਂ ਹੋ ਜਾਂਦੀਆਂ, ਔਰ ਫਿਰ ਇਹ ਮਰੀਜ਼ ਨੂੰ ਪਾਸਾ ਮਾਰ ਕੇ ਤੁਰਨਾ ਪੈਂਦਾ। ਸੋ ਇਹ ਤਾਂ ਸੀਗੀ ਕਿ ਕਿਉਂ ਖਰਾਬ ਹੁੰਦੇ ਆ। ਸੋ ਬੇਸਿਕਲੀ ਏਜਿੰਗ ਪ੍ਰੋਸੈਸ ਹੈ, ਏਜ ਦੇ ਕਰਕੇ ਖਰਾਬ ਹੁੰਦੇ ਆ। ਔਰ ਜਿਹੜਾ ਦੂਸਰਾ ਸਵਾਲ ਸੀ ਕਿ ਵਾਕਈ ਗੋਡੇ ਬਦਲੇ ਜਾਂਦੇ ਆ, ਐਕਚੁਅਲੀ ਇਹ ਜਿਹੜਾ ਵਰਡ ਹੈ ਨਾ, ਇਹ ਅੰਗਰੇਜ਼ੀ ਤੋਂ ਡਿਵੈਲਪ ਕੀਤਾ ਹੈ, ਕਿ ਅੰਗਰੇਜ਼ੀ 'ਚ ਇਹਨੂੰ ਕਹਿੰਦੇ ਆ ਟੋਟਲ ਨੀ ਰਿਪਲੇਸਮੈਂਟ। ਉਹਦੇ ਤੋਂ ਪੰਜਾਬੀ 'ਚ ਬਣ ਗਿਆ ਪੂਰਾ ਗੋਡਾ ਬਦਲਣਾ। ਐਕਚੁਅਲੀ ਇਸ ਤਰ੍ਹਾਂ ਨਹੀਂ ਹੁੰਦਾ ਭੰਡਾਰੀ ਸਾਹਿਬ। ਗੋਡਾ ਜਿਹੜਾ ਨਾ ਉਹਨੂੰ ਕਦੀ ਬਦਲੀ ਦਾ ਨਹੀਂ ਹੈ, ਉਹਨੂੰ ਦੁਬਾਰਾ ਬਣਾਈਦਾ। ਉਹ ਮੈਂ ਤੁਹਾਨੂੰ ਮਾਡਲ ਪਿਆ ਡਾਕਟਰ ਸਾਹਿਬ ਥੋੜਾ, ਹਾਂ ਮੈਂ ਤੁਹਾਨੂੰ ਮਾਡਲ 'ਤੇ ਦਿਖਾਉਣਾ ਚਾਹਾਂਗਾ। ਬੇਸਿਕਲੀ ਇਹ ਆਪਣਾ ਗੋਡਾ ਹੈ, ਇਹ ਹਾਂਜੀ ਇਹ ਪੱਟ ਦੀ ਹੱਡੀ ਹੈ, ਇਹ ਪੱਟ ਦੀ ਹੱਡੀ ਹੈ, ਔਰ ਇਹ ਲੱਤ ਦੀ ਹੱਡੀ ਹੈ, ਔਰ ਇਹਨਾਂ ਦੋਵਾਂ ਹੱਡੀਆਂ ਦੇ ਵਿੱਚ ਜਿਹੜਾ ਜੋੜ ਹੁੰਦਾ ਉਹਨੂੰ ਆਪਾਂ ਗੋਡੇ ਦਾ ਜੋੜ ਕਹੀਦਾ। ਸੋ ਜਦੋਂ ਗੋਡਾ ਖਰਾਬ ਹੋ ਜਾਏ, ਇਹ ਸਾਰੇ ਦਾ ਸਾਰਾ ਗੋਡਾ ਜਿਹੜਾ ਇਹਨੂੰ ਬਦਲੀ ਦਾ ਨਹੀਂ ਹੈ, ਬਾਹਰੋਂ ਗੋਡਾ ਉਹੀ ਰਹਿੰਦਾ। ਗੋਡਾ ਖੋਲ ਕੇ ਆਪਰੇਸ਼ਨ ਦੇ ਦੌਰਾਨ ਤੇ ਫਿਰ ਜਿਹੜੀ ਹੱਡੀ ਖਰਾਬ ਹੋਵੇ ਉਹਨੂੰ ਕੱਟ ਦਈਦਾ, ਔਰ ਉਹਦੀ ਜਗ੍ਹਾ ਫਿਰ ਨਵੇਂ ਪੀਸ ਫਿੱਟ ਕਰ ਦਈਦੇ ਨੇ। ਸੋ ਇਹਨੂੰ ਬੇਸਿਕਲੀ ਰੀਸਰਫੇਸਿੰਗ ਕਹੀਦਾ। ਗੋਡਾ ਬਦਲਣਾ ਨਹੀਂ ਹੁੰਦਾ, ਗੋਡੇ ਨੂੰ ਰਿਪੇਅਰ ਕਰਨਾ ਹੁੰਦਾ। ਔਰ ਹੁਣ ਜਿਹੜੀ ਨਵੀਂ ਗੱਲ ਆ ਗਈ ਕਿ ਗੋਡੇ ਬਦਲਣ ਦੇ ਆਪਰੇਸ਼ਨ ਦੇ ਸਕਸੈਸ ਰੇਟ ਕੀ ਹੈ। ਜਿਹੜਾ ਤੇ ਪੁਰਾਣਾ ਟਾਈਪ ਦਾ ਆਪਰੇਸ਼ਨ ਆ, ਜਾਂ ਉਹਨੂੰ ਮੈਨੂਅਲ ਆਪਰੇਸ਼ਨ ਕਹਿ ਲਈਦਾ, ਔਰ ਉਹ ਹਰ ਇੱਕ ਸਰਜਨ ਨੇ ਮੈਂ ਦੇਖਿਆ ਅੱਜ ਕੱਲ੍ਹ ਆਪਣੇ ਨਾਮ ਡਿਵੈਲਪ ਕਰ ਲਏ। ਕੋਈ ਉਹਨੂੰ ਕਹਿੰਦਾ ਸਬ ਜ਼ੀਰੋ ਟੈਕਨੀਕ, ਕੋਈ ਉਹਨੂੰ ਕਹੀ ਜਾਂਦਾ ਫੀਫੋ ਟੈਕਨੀਕ, ਪਰ ਕਿਤਾਬਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਪੁਰਾਣੀ ਟੈਕਨੋਲੋਜੀ ਮੀਨਸ ਮੈਨੂਅਲ ਟੈਕਨੋਲੋਜੀ, ਯਾਨੀ ਕਿ ਅੰਦਾਜ਼ੇ ਦੇ ਨਾਲ ਗੋਡਿਆਂ ਦੇ ਆਪਰੇਸ਼ਨ ਕਰਨੇ। ਉਹਦਾ ਸਕਸੈਸ ਰੇਟ ਤਕਰੀਬਨ 80-85% ਹੁੰਦਾ, ਕਿਉਂਕਿ ਉਹ ਸਰਜਨ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ 100 ਦੇ 100 ਮਰੀਜ਼ਾਂ ਦਾ ਆਪਰੇਸ਼ਨ ਉਹ ਠੀਕ ਕਰ ਸਕੇ। ਉਹ ਕੁਦਰਤੀ ਹੈ ਕਿ 15-20% ਲੋਕਾਂ ਦੇ ਗੋਡੇ ਬਦਲਣ ਦੇ ਆਪਰੇਸ਼ਨਾਂ ਦੇ ਵਿੱਚ ਕੋਈ ਨਾ ਕੋਈ ਗਲਤੀ ਰਹਿਣੀ ਹੁੰਦੀ ਹੈ। ਉਹ ਸਰਜਨ ਦਾ ਕਸੂਰ ਨਹੀਂ ਹੁੰਦਾ, ਟੈਕਨੋਲੋਜੀ ਦਾ ਕਸੂਰ ਹੈ। ਪਰ ਹੁਣ ਜਿਹੜੀ ਲੇਟੈਸਟ ਟੈਕਨੋਲੋਜੀ ਆ ਗਈ, ਉਹ ਰੋਬੋਟਿਕ ਅਸਿਸਟਡ ਜੁਆਇੰਟ ਰਿਪਲੇਸਮੈਂਟ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਜਿਹੜੀ ਨਵੀਆਂ ਟੈਕਨੋਲੋਜੀਜ਼ ਆ ਗਈਆਂ, ਉਹਨਾਂ ਦੀ ਐਕੂਰੇਸੀ ਜਿਹੜੀ ਆ ਉਹ 100% ਹੁੰਦੀ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦਊਂਗਾ ਕਿ ਜਿਸ ਤਰ੍ਹਾਂ ਆਪਣੇ ਜੇ ਏਰੋਪਲੇਨ ਨੇ ਕਿਤੇ ਲੈਂਡ ਕਰਨਾ ਹੋਵੇ ਤਾਂ ਉਹਦੇ ਪਾਇਲਟ ਦੇ ਹੱਥ 'ਚ ਨਹੀਂ ਹੈ ਉਹਦੀ ਐਕੂਰੇਸੀ। ਦੈਟ ਇਜ਼ ਆਲ ਬੇਸਡ ਔਨ ਆਰਟੀਫੀਸ਼ੀਅਲ ਇੰਟੈਲੀਜੈਂਸ। ਜਾਂ ਮਿਜ਼ਾਈਲਸ ਦੀ ਗੱਲ ਕਰ ਲਓ, ਲੇਟੈਸਟ ਮਿਜ਼ਾਈਲਸ ਜਿਹੜੀਆਂ ਨੇ, ਉਹਦੀ ਵੀ ਜਿਹੜੀ ਐਕੂਰੇਸੀ ਹੈ ਟਾਰਗੇਟ ਹਿੱਟ ਕਰਨ ਦੀ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਬੇਸਡ ਹੈ। ਇਸੇ ਤਰ੍ਹਾਂ ਹੀ ਜਿਹੜਾ ਨਵਾਂ ਹੀ ਗੋਡੇ ਬਦਲਣ ਦੀ ਨਵੀਂ ਟੈਕਨੋਲੋਜੀ ਆ ਗਈ, ਰੋਬੋਟਿਕ ਅਸਿਸਟਡ ਜੁਆਇੰਟ ਰਿਪਲੇਸਮੈਂਟ, ਉਹਦੀ ਵੀ ਜਿਹੜੀ ਸਕਸੈਸ ਰੇਟ ਹੈ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬੇਸ 'ਤੇ। ਉਹ ਸਰਜਨ ਨੂੰ ਆਪਰੇਸ਼ਨ ਦੇ ਦੌਰਾਨ 1 ਵੀ ਮਿਲੀਮੀਟਰ ਦੀ ਗਲਤੀ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਜੇ ਸਰਜਨ ਕੋ ਬਾਈ ਚਾਂਸ ਗਲਤੀ ਹੋਣ ਵੀ ਲੱਗੇ ਤੇ ਉਹ ਮਸ਼ੀਨ ਬੰਦ ਹੋ ਜਾਂਦੀ ਹੈ। ਸੋ ਇਹਦਾ ਮਤਲਬ ਇਹ ਹੋਇਆ ਕਿ ਗਲਤੀ ਦੀ ਪੋਸੀਬਿਲਿਟੀ ਨਹੀਂ ਰਹਿ ਜਾਂਦੀ। ਅੱਛਾ ਡਾਕਟਰ ਸਾਹਿਬ, ਇੱਕ ਲਾਸਟ ਸਵਾਲ ਹੈ ਜੀ, ਵੀ ਇਹ ਗੋਡਾ ਜਿਹੜਾ ਤੁਸੀਂ ਜਦੋਂ ਕਰ ਦਿੰਦੇ ਹੋ, ਬਦਲ ਦਿੰਦੇ ਹੋ, ਤੇ ਇਹ ਕਿੰਨੀ ਦੇਰ ਚੱਲ ਜਾਂਦਾ? ਕਿਉਂਕਿ ਮੈਂ ਬ੍ਰਿਗੇਡੀਅਰ ਸਾਹਿਬ ਨਾਲ ਵੀ ਗੱਲ ਕੀਤੀ ਸੀ, ਕਹਿੰਦੇ ਮੈਂ ਪਹਿਲੇ ਤਾਂ ਨਹੀਂ ਕਰਾਇਆ, ਮੈਨੂੰ ਲੱਗਦਾ ਸੀ ਯਾਰ ਕਿ 15-16 ਸਾਲਾਂ ਬਾਅਦ ਖਰਾਬ ਹੋ ਜਾਣਾ ਹੈ। ਦੇਖੋ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦੇਵਾਂ, ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਗੋਡੇ ਦਾ ਆਪਰੇਸ਼ਨ ਟਾਈਮ ਸਿਰ ਨਹੀਂ ਕਰਾਉਂਦੇ ਤਾਂ ਮਰੀਜ਼ਾਂ ਦੀ ਉਮਰ 5 ਤੋਂ ਲੈ ਕੇ 7 ਸਾਲ ਤੱਕ ਵੈਸੇ ਹੀ ਘਟ ਜਾਂਦੀ ਹੈ। ਕਿਉਂਕਿ ਜਦੋਂ ਗੋਡੇ ਖਰਾਬ ਹੋ ਗਏ
ਤੇ ਫਿਰ ਆਪਾਂ ਚੱਲਣਾ ਫਿਰਨਾ ਜਿਹੜਾ ਉਹ ਘਟਾ ਦਿੰਦੇ ਆ ਜਾਂ ਅਲਟੀਮੇਟਲੀ ਬੰਦ ਹੀ ਕਰ ਦਿੰਦੇ ਆ, ਮੰਜੇ ਤੇ ਬੈਠੇ ਰਹਿੰਦੇ ਆ ਜਾਂ ਵੱਧ ਤੋਂ ਵੱਧ ਆਪਣਾ ਵਾਸ਼ਰੂਮ ਚਲੇ ਗਏ। ਸੋ ਜਿੰਨਾ ਤੁਸੀਂ ਘੱਟ ਤੁਰੋ ਫਿਰੋਗੇ ਉਨਾ ਹੀ ਤੁਹਾਡੇ ਬਾਡੀ ਦੇ ਸਾਰੇ ਸਿਸਟਮ ਜਿਹੜੇ ਨੇ ਉਹ ਹੌਲੀ ਹੌਲੀ ਬੰਦ ਹੋ ਜਾਂਦੇ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗਦਾ, ਔਰ ਤੁਹਾਡੀ ਏਜ 5 ਤੋਂ 7 ਸਾਲ ਘਟ ਜਾਂਦੀ ਹੈ। ਸੋ ਹੁਣ ਆਪਾਂ ਆਈਏ ਤੁਹਾਡੇ ਸਵਾਲ ਦੇ ਉੱਤੇ ਵੀ ਇਹ ਕਿੰਨਾ ਕੁ ਚਿਰ ਚੱਲ ਜਾਂਦੇ ਆ। ਇਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਟੈਕਨੋਲੋਜੀ ਨਾਲ ਗੋਡਾ ਬਦਲਦੇ ਹੋ ਔਰ ਕਿਸ ਤਰ੍ਹਾਂ ਦਾ ਗੋਡਾ ਜਿਹੜਾ ਵਿੱਚ ਮਟੀਰੀਅਲ ਕਿਸ ਤਰ੍ਹਾਂ ਦਾ ਪਾਉਂਦੇ ਹੋ। ਟੈਕਨੋਲੋਜੀ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਮੈਨੂਅਲ ਟੈਕਨੋਲੋਜੀ ਹੈ, ਉਹਦਾ ਸਕਸੈਸ ਰੇਟ ਜਿਹੜਾ ਉਹ 85% ਹੈ। 15% ਗੋਡੇ ਜਿਹੜੇ ਨੇ ਉਹ ਵਿਦਿਨ 2 ਇਅਰਸ ਜਾਂ 5 ਇਅਰਸ ਉਹ ਫੇਲ ਹੋ ਜਾਂਦੇ। ਬਟ ਜਿਹੜੀ ਰੋਬੋਟਿਕ ਟੈਕਨੋਲੋਜੀ ਹੈ, ਜੇ ਅਸੀਂ ਉਹਦੇ ਨਾਲ ਗੋਡਾ ਪਾਉਂਦੇ ਆ ਨਾ ਤਾਂ ਉਹ ਘੱਟੋ ਘੱਟ 30 ਸਾਲ ਜਿਹੜਾ ਉਹ ਚੱਲ ਸਕਦਾ। ਦੂਸਰੀ ਗੱਲ ਕਿ ਜਿਹੜਾ ਗੋਡੇ ਦਾ ਮਟੀਰੀਅਲ ਹੈ ਉਹ ਕਿਸ ਤਰ੍ਹਾਂ ਦਾ ਯੂਜ਼ ਕਰਦੇ ਆ। ਜੇ ਤੇ ਜਵਾਨ ਮਰੀਜ਼ ਹੈ ਤੇ ਉਹਨਾਂ ਦੇ ਵਿੱਚ ਹਮੇਸ਼ਾ ਇੱਕ ਕਾਲੇ ਰੰਗ ਦੀ ਮੈਟਲ ਆਉਂਦੀ ਹੈ, ਇਹਨੂੰ ਬਲੈਕ 골ਡ ਕਹਿੰਦੇ ਜਾਂ ਆਕਸੀਨੀਅਮ ਕਹਿੰਦੇ। ਇਹ ਛੇਤੀ ਘਸਦਾ ਨਹੀਂ ਹੈ ਔਰ ਇਹ ਕਿਸੇ ਮਰੀਜ਼ ਨੂੰ ਐਲਰਜੀ ਨਹੀਂ ਕਰਦਾ। ਸੋ ਇਹ ਵੀ ਜਿਹੜਾ ਗੋਡਾ ਜੇ ਅਸੀਂ ਰੋਬੋਟਿਕ ਨਾਲ ਚੇਂਜ ਕਰੀਏ ਤਾਂ ਇਹ ਸਾਰੀ ਉਮਰ ਮਰੀਜ਼ ਦੀ ਘਟ ਜਾਂਦਾ। ਅੱਛਾ ਡਾਕਟਰ ਸਾਹਿਬ, ਮੈਂ ਦੇਖਿਆ ਜੀ ਬਹੁਤ ਸਾਰੇ ਪੇਸ਼ੈਂਟ ਤੁਹਾਡੇ ਕੋਲੋਂ ਫੋਰਨ ਤੋਂ ਵੀ ਇਲਾਜ ਕਰਾਉਂਦੇ। ਵੈਸੇ ਆਮ ਤੌਰ ਤੇ ਦੇਖਿਆ ਵੀ ਸਾਡੇ ਲੀਡਰ ਬਾਹਰ ਨੂੰ ਭਜਦੇ ਆ ਇਲਾਜ ਕਰਾਉਣ, ਤੇ ਤੁਹਾਡੇ ਕੋਲ ਅਮਰੀਕਾ ਤੋਂ ਕੈਨੇਡਾ ਤੋਂ ਇੱਥੇ ਮਰੀਜ਼ ਆਉਂਦੇ। ਇੱਕ ਕਾਸਟ ਫੈਕਟਰ ਆ ਜਾਂ ਐਕੂਰੇਸੀ ਜਾਂ ਮਤਲਬ ਤੁਹਾਡੀ ਟੈਕਨੀਕ ਉਹਨਾਂ ਤੋਂ ਬੈਟਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਇਸ ਗੱਲ ਦੇ ਵਿੱਚ ਮੈਂ ਜਿਹੜੇ ਸਾਡੇ ਗੁਰੂ ਰਾਮਦਾਸ ਜੀ ਨੇ, ਪਰਮ ਪਿਤਾ ਪਰਮਾਤਮਾ ਜਿਹੜੇ ਨੇ, ਗੁਰੂ ਦੀ ਨਗਰੀ ਹੈ, ਉਹਨਾਂ ਦਾ ਚਮਤਕਾਰ ਹੈ ਕਿ ਅੰਮ੍ਰਿਤਸਰ ਭਾਵੇਂ ਅੱਜ ਇੰਡੀਆ ਦੇ ਇੱਕ ਕੋਨੇ ਦੇ ਵਿੱਚ ਲੱਗਿਆ ਹੋਇਆ, ਸਾਨੂੰ ਇੱਧਰੋਂ ਪਾਕਿਸਤਾਨ ਵੱਲੋਂ ਬਾਰਡਰ ਦੇ ਹਾਲਾਤ ਜਿਹੜੇ ਖਰਾਬ ਹੋਣ ਕਰਕੇ ਸਾਨੂੰ ਮਰੀਜ਼ ਨਹੀਂ ਆਉਂਦੇ, ਪਰ ਫਿਰ ਵੀ ਉਸ ਗੁਰੂ ਮਹਾਰਾਜ ਦੀ ਦੇਣ ਹੈ ਇਸ ਗੁਰੂ ਦੀ ਨਗਰੀ ਨੂੰ ਔਰ ਇੱਥੋਂ ਦੇ ਮੈਡੀਕਲ ਪ੍ਰੋਫੈਸ਼ਨ ਨੂੰ, ਔਰ ਖਾਸ ਕਰਕੇ ਹੱਡੀਆਂ ਦੇ ਪ੍ਰੋਫੈਸ਼ਨ ਨੂੰ ਔਰ ਅੱਖਾਂ ਦੇ ਪ੍ਰੋਫੈਸ਼ਨ ਨੂੰ, ਕਿ ਸਾਰੀ ਦੁਨੀਆ ਤੋਂ ਲੋਕ ਹੱਡੀਆਂ ਦਾ ਕੰਮ ਕਰਾਉਣ ਅੰਮ੍ਰਿਤਸਰ ਚਾਹੁੰਦੇ ਆ ਔਰ ਅੱਖਾਂ ਦਾ ਕੰਮ ਕਰਾਉਣ ਵੀ ਅੰਮ੍ਰਿਤਸਰ ਚਾਹੁੰਦੇ। ਸੋ ਇਹ ਉਹਦੀ ਦੇਣ ਹੈ। ਇਸ ਤੋਂ ਇਲਾਵਾ ਦੂਸਰੇ ਫੈਕਟਰ ਵੀ ਇੰਪੋਰਟੈਂਟ ਨੇ। ਰੱਬ ਨੇ ਬਖਸ਼ਿਸ਼ ਕੀਤੀ ਹੋਈ ਹੈ ਇੱਥੋਂ ਦੇ ਡਾਕਟਰਾਂ 'ਤੇ, ਮੇਰੇ 'ਤੇ ਵੀ ਬਹੁਤ ਬਖਸ਼ਿਸ਼ ਹੈ, ਬਾਬਾ ਬੁੱਢਾ ਜੀ ਦੀ ਵੀ ਬਖਸ਼ਿਸ਼ ਹੈ ਬਹੁਤ। ਸੋ ਹੱਥਾਂ 'ਚ ਹੁਨਰ ਦਿੱਤਾ ਹੋਇਆ, ਉਹਦੇ 'ਤੇ ਮਾਣ ਦੀ ਕੋਈ ਗੱਲ ਨਹੀਂ ਹੈ, ਉਹ ਰੱਬ ਦੀ ਦੇਣ ਹੈ। ਉਹਦੇ ਕਰਕੇ ਵੀ ਬਹੁਤ ਲੋਕ ਜੁੜੇ ਹੋਏ ਹੈ। ਔਰ ਤੀਸਰੀ ਗੱਲ ਹੈ ਕਾਸਟ ਫੈਕਟਰ। ਹਰ ਜਗ੍ਹਾ 'ਤੇ ਲੋਕ ਕਾਸਟ ਕੌਨਸ਼ੀਅਸ ਹੁੰਦੇ ਆ। ਇੰਡੀਆ 'ਚ ਬਹੁਤ ਕਾਸਟ ਕੌਨਸ਼ੀਅਸਨੈਸ ਹੈ, ਪਰ ਬਾਹਰ ਦੇ ਲੋਕ ਵੀ ਕਾਸਟ ਕੌਨਸ਼ੀਅਸ ਨੇ ਔਰ ਉੱਥੋਂ ਦੀਆਂ ਇੰਸ਼ੋਰੈਂਸ ਕੰਪਨੀਜ਼ ਵੀ ਦੇ ਆਰ ਨਾਓ ਕਾਸਟ ਕੌਨਸ਼ੀਅਸ। ਉਹਨਾਂ ਨੂੰ ਵੀ ਫਿਕਰ ਹੈ ਕਿ ਸਾਡੇ ਪੈਸੇ ਜ਼ਿਆਦਾ ਨਾ ਲੱਗਣ। ਸੋ ਜੇ ਹਿੰਦੁਸਤਾਨ 'ਚ ਗੋਡੇ ਬਦਲਣ ਦੇ ਜੋੜਾਂ ਦੇ ਆਪਰੇਸ਼ਨ ਦੀ ਗੱਲ ਕਰੀਏ ਤਾਂ ਬਾਹਰ ਨਾਲੋਂ ਤੁਸੀਂ ਕਹਿ ਲਓ ਕਿ 20% ਪੈਸੇ ਦੇ ਵਿੱਚ ਕੰਮ ਹੋ ਜਾਂਦਾ। ਫੋਰ ਐਗਜ਼ਾਮਪਲ, ਮੇਰੀ ਆਪਣੀ ਕਜ਼ਨ ਸਿਸਟਰ ਅਮਰੀਕਾ 'ਚ ਰਹਿੰਦੀ ਸੀ। ਉਹਨੇ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ ਆਪਰੇਸ਼ਨ ਕਰਾਇਆ ਸੀ ਗੋਡੇ ਦਾ। ਇਹੀ ਜੁਆਇੰਟ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹੀ ਪਾਇਆ ਸੀ ਉਹਨੇ, ਐਂਡ ਉਹਦਾ ਬਿੱਲ ਜਿਹੜਾ ਸੀ ਨਾ ਉਸ ਟਾਈਮ 'ਤੇ ਉਹ ਤਕਰੀਬਨ $50,000 ਸੀ ਇੱਕ ਪਾਸੇ ਦਾ। ਮਤਲਬ 15 ਲੱਖ ਤੋਂ ਜ਼ਿਆਦਾ? ਨੋ 35 ਲੱਖ ਰੁਪਈਆ ਅੱਜ ਤੋਂ 8 ਸਾਲ ਪਹਿਲਾਂ। ਬਟ ਜੇ ਤੁਸੀਂ ਹਿੰਦੁਸਤਾਨ ਦੀ ਗੱਲ ਕਰੋ ਤੇ ਉਹੀ ਰੋਬੋਟਿਕ ਸਰਜਰੀ ਐਂਡ ਉਹੀ ਗੋਡਾ ਉਸੇ ਕੰਪਨੀ ਦਾ, ਤੇ ਹਿੰਦੁਸਤਾਨ ਦੇ ਵਿੱਚ ਸਿਰਫ 2.5 ਲੱਖ ਰੁਪਏ ਦੇ ਵਿੱਚ ਉਹ ਗੋਡਾ ਚੇਂਜ ਕੀਤਾ ਜਾਂਦਾ। ਸੋ ਕੰਪੇਅਰ ਕਰੋ, ਇੱਕ ਪਾਸੇ 2.5 ਲੱਖ ਹੈ, ਇੱਕ ਪਾਸੇ 50 ਲੱਖ ਹੈ। ਉਸ ਹਿਸਾਬ ਨਾਲ ਤਾਂ ਮੁਫਤ ਕਰੀ ਜਾਂਦੇ। ਇਟ ਇਜ਼, ਇਹ ਤਕਰੀਬਨ ਮੁਫਤ ਵਾਲੀ ਗੱਲ ਹੈ। ਐਂਡ ਜੇ ਤੁਸੀਂ ਰੋਬੋਟ ਨਾਲ ਨਹੀਂ ਕਰਾਉਣਾ, ਇਹ ਬਲੈਕ ਵਾਲਾ ਗੋਡਾ ਨਹੀਂ ਪਵਾਉਣਾ, ਤੇ ਜਿਹੜੇ ਆਮ ਗੋਡੇ ਹੈ ਨਾ ਉਹ ਤਾਂ 1.5 ਲੱਖ ਰੁਪਏ ਦੇ ਵਿੱਚ ਚੇਂਜ ਹੋਈ ਜਾਂਦੇ। ਔਰ ਉਤੋਂ ਸਾਡੀ ਸਰਕਾਰ ਦੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇਵਾਂ ਕਿ ਆਯੁਸ਼ਮਾਨ ਭਾਰਤ ਦੇ ਵਿੱਚ ਪਿੱਛੇ ਜੇ ਇਹਨਾਂ ਨੇ ਗੋਡੇ ਬਦਲਣੇ ਅਲਾਓ ਕੀਤੇ ਸੀ ਔਰ ਸਰਕਾਰ ਨੇ ਉਹਦਾ ਰੇਟ ਰੱਖਿਆ ਸੀ 80,000 ਰੁਪਈਆ ਜਾਂ 90,000 ਰੁਪਈਆ। ਤੁਸੀਂ ਇਹ ਸੋਚੋ ਕਿ ਇੰਨੇ ਸਸਤੇ ਪੈਸੇ ਦੇ ਵਿੱਚ ਗੋਡਾ ਬਦਲ ਕੇ ਤੁਸੀਂ ਬਚਾਓਗੇ ਕੀ। ਸੋ ਗਵਰਨਮੈਂਟ ਸ਼ੁੱਡ ਬੀ ਰੀਜ਼ਨੇਬਲ to give a reasonable rate to the doctors and to the hospitals. ਫਿਰ ਕੁਆਲਿਟੀ ਕੰਪਰੋਮਾਈਜ਼ ਕਰਨਗੇ ਡਾਕਟਰ? ਨੈਚੁਰਲੀ ਜਿੰਨੀ ਸਰਕਾਰ ਰੇਟ ਘਟਾਈ ਜਾਊਗੀ। ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਚਾਈਨਾ ਨਾਲ ਕੰਪੇਅਰ ਕਰਾਂ। ਸਪੋਜ਼ ਚਾਈਨਾ 'ਚ ਤੁਸੀਂ ਜਾਓ, ਉੱਥੇ ਤੁਸੀਂ ਜੇ ਉਹਨੇ 100 ਰੁਪਈਆ ਕਿਹਾ ਨਾ ਕਿਸੇ ਚੀਜ਼ ਦਾ, ਤੁਸੀਂ ਉਹਨੂੰ ਕਹੋ ਜੀ 80 ਦੇਣੇ ਆ, ਉਹਨੇ 80 ਵਾਲੀ ਚੀਜ਼ ਤੁਹਾਨੂੰ ਦੇ ਦੇਣੀ ਹੈ। ਜੇ ਤੁਸੀਂ ਕਹੋ 50 ਦੇਣੇ ਆ, ਉਹਨੇ 50 ਵਾਲੀ ਚੀਜ਼ ਤੁਹਾਨੂੰ ਫੜਾ ਦੇਣੀ, ਉਹਨੇ ਨਾ ਨਹੀਂ ਕਰਨਾ। ਇਸੇ ਤਰ੍ਹਾਂ ਹੀ ਹਸਪੀਟਲਸ ਆਲਸੋ ਵਿਲ ਸੇ ਨੋ। ਤੁਹਾਨੂੰ ਉਹਨਾਂ ਨੇ ਕਹਿਣਾ ਹਾਂਜੀ ਜੀ 80,000 'ਚ ਅਸੀਂ ਸਾਨੂੰ ਕਰਨਾ ਪੈ ਰਿਹਾ ਸਰਕਾਰੀ, ਅਸੀਂ ਕਰ ਦਿੰਦੇ।
ਪਰ ਉੱਥੇ ਕੰਪਰੋਮਾਈਜ਼ ਹੋਊਗਾ। ਸੋ ਕਿਤੇ ਨਾ ਕਿਤੇ ਜਾ ਕੇ ਸਾਨੂੰ ਕੁਆਲਿਟੀ ਕੌਨਸ਼ੀਅਸ ਹੋਣਾ ਚਾਹੀਦਾ ਸਾਰੇ ਇੰਡੀਅਨਸ ਨੂੰ, ਫਿਰ ਹੀ ਜਿਹੜੇ ਆਪਣੇ ਇਲਾਜ ਹੈ ਨਾ ਉਹ ज़्यादा सक्सेसफुल हो सकते हैं। ਤੁਸੀਂ कुछ और डॉक्टर दसना चाहो? नो बस थैंक यू जी। ये थे डॉक्टर अवतार सिंह जिन्होंने बड़े विस्तार से बताया है कि रोबोटिक सर्जरी में और मैनुअल टेक्निक में क्या फ़र्क है। रोबोटिक सर्जरी जो है उसमें एरर की कोई भी गुंजाइश नहीं रहती, 100% रिजल्ट मिल रहे हैं। हज़ारों 1.25 लाख से ज़्यादा मरीजों के ये ऑपरेशन कर चुके हैं, 10,000 से अधिक जॉइंट बदल चुके हैं, महारत हासिल है। और आपने ये भी सुना कि किस तरह अमेरिका में जिस घुटने के रिप्लेस के लिए 50 लाख रुपए लगते हैं, यहाँ पर 2.5 लाख रुपए में किया जाता है। क्वालिटी तभी अच्छी है अगर आपकी सेहत अच्छी है, इसलिए अपनी सेहत का ख्याल रखें और ज़रूरत पड़े तो किसी अच्छे डॉक्टर से ही संपर्क करें। अमृतसर से D4 न्यूज़ के लिए दीपक भंडारी की खास रिपोर्ट।